जज्बाती जिंदगी स्टोरीज 'ਚ ਤੁਹਾਡਾ ਫਿਰ ਤੋਂ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਪੱਥਰ ਦਿਲ ਬਾਪ। ਜਦੋਂ ਦੇਖੋ ਸੁੱਤੇ ਰਹਿੰਦੇ ਹੋ। ਇੱਥੇ ਕਿਸੇ ਨੂੰ ਆਦਤ ਨਹੀਂ ਸਵੇਰੇ ਉੱਠਣ ਦੀ। ਮੈਂ ਘੁੰਮ ਫਿਰ ਕੇ ਆ ਗਿਆ, ਨਹਾ ਧੋ ਕੇ ਤਿਆਰ ਵੀ ਹੋ ਗਿਆ, ਪਰ ਇਹਨਾਂ ਦੀ ਨੀਂਦ ਪੂਰੀ ਨਹੀਂ ਹੋਈ ਅਜੇ ਤੱਕ। ਪਤਾ ਨਹੀਂ ਕਦੋਂ ਸੁਧਰਨਗੇ। ਓਏ ਉੱਠਦੇ ਕਿਉਂ ਨਹੀਂ? ਕਹਿੰਦੇ ਹੋਏ ਡੈਡੀ ਜੀ ਨੇ ਛੋਟੇ ਭਰਾ ਤੋਂ ਚਾਦਰ ਖਿੱਚ ਦਿੱਤੀ। ਉਸਨੇ ਫਿਰ ਵਾਪਸ ਖਿੱਚ ਕੇ ਚਾਦਰ ਆਪਣੇ ਉੱਪਰ ਲੈ ਲਈ। ਅਸੀਂ ਦੋਨੇ ਭੈਣਾਂ ਤਾਂ ਡੈਡੀ ਜੀ ਦੀ ਇੱਕ ਆਵਾਜ਼ ਦੇ ਨਾਲ ਹੀ ਬੁੜਕ ਕੇ ਉੱਠ ਬਹਿੰਦੀਆਂ ਸੀ। ਸਵੇਰ ਦੇ 6:30 ਦਾ ਸਮਾਂ ਸੀ। ਰੋਜ਼ਾਨਾ ਦੀ ਤਰ੍ਹਾਂ ਡੈਡੀ ਜੀ ਦੇ ਉੱਚੀ ਬੋਲਣ ਦੀ ਆਵਾਜ਼ ਨੇ ਸਾਡੀ ਨੀਂਦ ਖੋਲ੍ਹ ਦਿੱਤੀ ਸੀ। ਵੈਸੇ ਵੀ ਡੈਡੀ ਜੀ ਦੇ ਜ਼ੋਰ-ਜ਼ੋਰ ਨਾਲ ਪਾਠ ਕਰਨ ਦੀ ਆਵਾਜ਼ ਨਾਲ ਅਸੀਂ ਜਾਗ ਜਾਂਦੇ ਸੀ। ਪਰ ਸਵੇਰੇ 5:30 ਵਜੇ ਕੌਣ ਉੱਠੇ? ਇਹ ਸੋਚ ਕੇ ਅਸੀਂ ਸੁੱਤੇ ਹੀ ਰਹਿੰਦੇ। ਡੈਡੀ ਜੀ ਦੀ ਤਾਂ ਆਦਤ ਸੀ 4 ਵਜੇ ਜਾਗਣ ਦੀ। ਜੇਕਰ ਅਸੀਂ ਰਾਤ 11 ਵਜੇ ਤੱਕ ਜਾਗਦੇ ਰਹਿੰਦੇ ਤਾਂ ਸਾਨੂੰ ਝੜਕਾਂ ਪੈਂਦੀਆਂ ਸੀ ਕਿ ਸੌਂਦੇ ਕਿਉਂ ਨਹੀਂ। ਤਾਂ ਹੀ ਤਾਂ ਸਵੇਰੇ ਤੁਹਾਨੂੰ ਜਾਗ ਨਹੀਂ ਆਉਂਦੀ। ਬੰਦ ਕਰੋ ਟੀਵੀ, ਨਹੀਂ ਤਾਂ ਤੋੜ ਦੇਵਾਂਗਾ ਕਿਸੇ ਦਿਨ ਇਸ ਨੂੰ। ਪਰ ਅੱਜ ਤਾਂ ਮੰਮੀ ਵੀ ਸੌਂ ਰਹੇ ਸੀ। ਅਸੀਂ ਵੀ ਹੈਰਾਨੀ ਨਾਲ ਮੰਮੀ ਦੇ ਬੈੱਡ ਵੱਲ ਦੇਖ ਰਹੇ ਸੀ। ਮੰਮੀ ਥੋੜਾ ਹਿੱਲੇ ਜ਼ਰੂਰ, ਪਰ ਉੱਠੇ ਨਹੀਂ। ਡੈਡੀ ਜੀ ਦੂਰੋਂ ਹੀ ਉੱਚੀ ਆਵਾਜ਼ ਵਿੱਚ ਬੋਲੇ, ਤੂੰ ਵੀ ਕੀ ਬੱਚਿਆਂ ਦੇ ਨਾਲ ਅੱਧੀ ਰਾਤ ਤੱਕ ਟੀਵੀ ਦੇਖਦੀ ਰਹਿੰਦੀ ਆ? ਉੱਠਦੀ ਕਿਉਂ ਨਹੀਂ? ਮੈਨੂੰ ਭੁੱਖ ਲੱਗੀ ਆ, ਕੁਝ ਖਾਣ ਨੂੰ ਦੇ। ਕਹਿੰਦੇ ਹੋਏ ਡੈਡੀ ਜੀ ਹਮੇਸ਼ਾ ਦੀ ਤਰ੍ਹਾਂ ਰਸੋਈ ਦੇ ਸਾਹਮਣੇ ਬਣੇ ਬਰਾਂਡੇ ਵਿੱਚ ਪਏ ਮੰਜੇ ਤੇ ਬੈਠ ਗਏ। ਰਸੋਈ ਦੇ ਸਾਹਮਣੇ ਭਲਾ ਡਾਈਨਿੰਗ ਟੇਬਲ ਲੱਗਾ ਹੋਇਆ ਸੀ, ਪਰ ਸਾਡੇ ਡੈਡੀ ਜੀ ਨੂੰ ਉਹ ਕਦੇ ਵੀ ਪਸੰਦ ਨਹੀਂ ਆਇਆ। ਉਹ ਕਹਿੰਦੇ ਕਿ ਆਰਾਮ ਨਾਲ ਮੰਜੇ ਤੇ ਬੈਠ ਕੇ ਖਾਣਾ ਖਾਣਾ ਚਾਹੀਦਾ। ਮੰਮੀ ਭਲਾ 55 ਦੇ ਹੋ ਗਏ ਸੀ, ਪਰ ਪਾਪਾ ਦੇ ਲਈ ਖਾਣਾ ਉਹੀ ਬਣਾਉਂਦੇ ਸੀ। ਵੱਡੇ ਭਾਬੀ ਸਿਰਫ ਆਪਣੇ ਪਤੀ ਦੇ ਲਈ ਹੀ ਕੰਮ ਕਰ ਲੈਣ, ਬਸ ਇੰਨਾ ਹੀ ਬਹੁਤ ਸੀ। ਵੈਸੇ ਵੀ ਉਹਨਾਂ ਦੀ ਰਸੋਈ ਅਲੱਗ ਹੀ ਸੀ। ਡੈਡੀ ਜੀ ਉਹਨਾਂ ਨੂੰ ਕਿਸੇ ਕੰਮ ਦੇ ਲਈ ਕਹਿੰਦੇ ਵੀ ਨਹੀਂ ਸਨ। ਡੈਡੀ ਜੀ ਦੇ 2 ਵਾਰ ਬੋਲਣ ਤੇ ਜਦੋਂ ਮੰਮੀ ਨਹੀਂ ਉੱਠੇ ਤਾਂ ਮੈਂ ਭੱਜ ਕੇ ਮੰਮੀ ਦੇ ਕੋਲ ਗਈ। ਮੰਮੀ ਨੂੰ ਹਿਲਾਇਆ ਕਿ ਮੰਮੀ ਉੱਠੋ, ਡੈਡੀ ਜੀ ਖਾਣ ਨੂੰ ਮੰਗ ਰਹੇ ਹਨ। ਪਰ ਇਹ ਕੀ? ਮੰਮੀ ਨੂੰ ਤਾਂ ਬਹੁਤ ਤੇਜ਼ ਬੁਖਾਰ ਸੀ। ਮੇਰੀ ਗੱਲ ਸੁਣਦੇ ਹੀ ਮੇਰੀ ਵੱਡੀ ਭੈਣ ਫੌਰਨ ਰਸੋਈ ਵਿੱਚ ਡੈਡੀ ਜੀ ਦੇ ਲਈ ਕੁਝ ਖਾਣ ਲਈ ਬਣਾਉਣ ਵਿੱਚ ਲੱਗ ਗਈ। ਸਾਨੂੰ ਸਾਰਿਆਂ ਨੂੰ ਪਤਾ ਕਿ ਡੈਡੀ ਜੀ ਦੇ ਖਾਣ ਦਾ, ਉੱਠਣ ਬੈਠਣ, ਘੁੰਮਣ ਜਾਣ ਦਾ, ਹਰ ਚੀਜ਼ ਦਾ ਸਮਾਂ ਤੈਅ ਹੁੰਦਾ ਹੈ। ਜੇਕਰ ਖਾਣ ਦਾ ਸਮਾਂ ਨਿਕਲ ਗਿਆ ਤਾਂ ਲੱਖ ਮਿੰਨਤਾਂ ਕਰਦੇ ਰਹੋ, ਉਹ ਖਾਣਾ ਨਹੀਂ ਖਾਣਗੇ। ਉਸ ਤੋਂ ਬਾਅਦ ਬਸ ਦੁਪਹਿਰ ਦਾ ਹੀ ਖਾਣਾ ਲੈਣਗੇ। ਭਲਾ ਉਹ ਬਿਮਾਰ ਹੀ ਕਿਉਂ ਨਾ ਹੋ ਜਾਣ। ਵੱਡੀ ਭੈਣ ਨੇ ਫਟਾਫਟ ਪਰੌਂਠੇ ਬਣਾਏ, ਦੁੱਧ ਗਰਮ ਕਰਕੇ ਡੈਡੀ ਜੀ ਨੂੰ ਦੇ ਦਿੱਤਾ। ਡੈਡੀ ਜੀ ਖਾਣਾ ਖਾਂਦੇ ਸਮੇਂ ਮੰਮੀ ਵੱਲ ਵੇਖ ਰਹੇ ਸੀ, ਪਰ ਬਿਨਾਂ ਕੁਝ ਬੋਲੇ ਹੀ ਖਾਣਾ ਖਾ ਕੇ ਉੱਠ ਗਏ ਤੇ ਆਪਣੇ ਕਮਰੇ ਵਿੱਚ ਜਾ ਕੇ ਇੱਕ ਕਿਤਾਬ ਪੜ੍ਹਨ ਲੱਗੇ। ਮੰਮੀ ਨੇ ਵੀ ਸ਼ਿਕਾਇਤ ਭਰੀਆਂ ਨਜ਼ਰਾਂ ਨਾਲ ਉਹਨਾਂ ਵੱਲ ਦੇਖਿਆ, ਪਰ ਉਹ ਵੀ ਬੋਲੇ ਕੁਝ ਨਹੀਂ। ਨਾ ਹੀ ਡੈਡੀ ਜੀ ਨੇ ਕੁਝ ਕਿਹਾ। ਮੰਮੀ ਨੂੰ ਬਹੁਤ ਤੇਜ਼ ਬੁਖਾਰ ਸੀ। ਮੈਂ ਡੈਡੀ ਜੀ ਨੂੰ ਫਿਰ ਮੰਮੀ ਦਾ ਹਾਲ ਦੱਸਣ ਲਈ ਉਹਨਾਂ ਦੇ ਕਮਰੇ ਵਿੱਚ ਗਈ ਤਾਂ ਉਹ ਬੋਲੇ ਕਿ ਸਿੰਮੀ, ਆਪਣੀ ਮੰਮੀ ਨੂੰ ਅੰਗਰੇਜ਼ੀ ਦਵਾਈਆਂ ਨਾ ਖਵਾ ਦੇਵੀਂ, ਕਾੜਾ ਬਣਾ ਕੇ ਦੇ ਦੇ, ਉਸੇ ਨਾਲ ਠੀਕ ਹੋ ਜਾਣਗੇ ਤੇ ਬੁਖਾਰ ਵੀ ਉਤਰ ਜਾਏਗਾ। ਪਰ ਉਹ ਆਪ ਉੱਠ ਕੇ ਮੰਮੀ ਦਾ ਹਾਲ ਪੁੱਛਣ ਨਹੀਂ ਆਏ। ਮੈਨੂੰ ਡੈਡੀ ਜੀ ਦੀ ਇਹੀ ਆਦਤ ਬਹੁਤ ਬੁਰੀ ਲੱਗਦੀ ਸੀ ਕਿ ਉਹ ਮੰਮੀ ਦੀ ਕਦਰ ਨਹੀਂ ਸੀ ਕਰਦੇ। ਮੰਮੀ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੇ ਰਹਿੰਦੇ ਸੀ। ਡੈਡੀ ਜੀ ਦਾ ਹਰ ਕੰਮ ਉਹ ਆਪ ਹੀ ਤਾਂ ਕਰਦੇ ਹਨ। ਜੇਕਰ ਡੈਡੀ ਜੀ ਬਿਮਾਰ ਵੀ ਪੈ ਜਾਣ ਤਾਂ ਜਾਂ ਉਹਨਾਂ ਦਾ ਥੋੜਾ ਜਿਹਾ ਸਿਰ ਵੀ ਦੁਖਦਾ ਹੋਵੇ ਤਾਂ ਮੰਮੀ ਹਰ ਮਿੰਟ ਬਾਅਦ ਡੈਡੀ ਜੀ ਨੂੰ ਦੇਖਣ ਉਹਨਾਂ ਦੇ ਕਮਰੇ ਵਿੱਚ ਜਾਂਦੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਮੰਮੀ ਨੂੰ ਉਹਨਾਂ ਦੀ ਸੇਵਾ ਕਰਦੇ ਤੇ ਝੜਕਾਂ ਖਾਂਦੇ ਦੇਖਿਆ। ਫਿਰ ਵੀ ਮੰਮੀ ਪਲਟ ਕੇ ਕਦੇ ਜਵਾਬ ਨਹੀਂ ਦਿੰਦੇ, ਆਪਣੇ ਬਾਰੇ ਕਦੇ ਸ਼ਿਕਾਇਤ ਨਹੀਂ ਕਰਦੇ। ਇੱਕ ਵਾਰ ਮੈਨੂੰ ਗੁੱਸਾ ਵੀ ਆਇਆ ਕਿ ਮੰਮੀ, ਤੁਸੀਂ ਡੈਡੀ ਜੀ ਨੂੰ ਪਲਟ ਕੇ ਜਵਾਬ ਕਿਉਂ ਨਹੀਂ ਦਿੰਦੇ?
ਥਾਂ ਮੇਰੇ ਚਿਹਰਾ ਵੇਖਣ ਲੱਗੇ ਸੀ ਕਿ ਇਸ ਤਰ੍ਹਾਂ ਪਤੀ ਨੂੰ ਪਲਟ ਕੇ ਜਵਾਬ ਨਹੀਂ ਦੇਣਾ ਚਾਹੀਦਾ। ਤੇਰੀ ਨਾਨੀ ਨੇ ਵੀ ਨਹੀਂ ਦਿੱਤਾ, ਤੇਰੀ ਤਾਈ ਤੇ ਚਾਚੀ ਜਵਾਬ ਦਿੰਦੀਆਂ ਸੀ। ਇਸ ਲਈ ਕੋਈ ਵੀ ਰਿਸ਼ਤੇਦਾਰ ਉਹਨਾਂ ਨੂੰ ਪਸੰਦ ਨਹੀਂ ਸੀ ਕਰਦਾ, ਕੋਈ ਉਹਨਾਂ ਦੇ ਘਰ ਨਹੀਂ ਸੀ ਜਾਣਾ ਚਾਹੁੰਦਾ। ਮੈਨੂੰ ਗੁੱਸਾ ਆਇਆ, ਭਲਾ ਇਸ ਵਿੱਚ ਸਾਡਾ ਕੀ ਫਾਇਦਾ? ਜਿਸ ਦਾ ਦਿਲ ਕਰਦਾ ਉਹੀ ਦਾ ਮੂੰਹ ਚੱਕ ਕੇ ਇੱਧਰ ਚਲਿਆ ਆਉਂਦਾ, ਜਿਵੇਂ ਬਸ ਸਾਡੇ ਹੀ ਖਜ਼ਾਨੇ ਭਰੇ ਹੋਣ। ਤੇ ਮੰਮੀ ਹੱਸ ਪਏ ਕਿ ਸਾਡੇ ਕੋਲ ਕਿਹੜਾ ਖਜ਼ਾਨੇ ਭਰੇ ਹੋਏ ਹਨ ਲੁਟਾਉਣ ਲਈ। ਕਦੇ ਦੇਖਿਆ ਕਿ ਮੈਂ ਕਿਸੇ ਤੇ ਖਜ਼ਾਨੇ ਲੁਟਾਏ ਹੋਣ? ਜੋ ਹੈਗਾ ਬਸ ਇਹੀ ਸਾਰਾ ਕੁਝ ਆ। ਪਰ ਡੈਡੀ ਜੀ ਤਾਂ ਕਿਸੇ ਦੇ ਵੀ ਸਾਹਮਣੇ ਤੁਹਾਨੂੰ ਝਿੜਕ ਦਿੰਦੇ ਹਨ। ਮੈਨੂੰ ਚੰਗਾ ਨਹੀਂ ਲੱਗਦਾ। ਮੰਮੀ ਕਿੰਨੀ ਬੇਇੱਜ਼ਤੀ ਕਰਦੇ ਹਨ ਤੁਹਾਡੀ। ਮੰਮੀ ਨੇ ਪਿਆਰ ਨਾਲ ਮੈਨੂੰ ਵੇਖਿਆ ਤੇ ਕਿਹਾ, ਤੁਸੀਂ ਸਾਰੇ ਕਰਦੇ ਹੋ ਨਾ ਮੈਨੂੰ ਪਿਆਰ, ਕੀ ਇਹ ਥੋੜਾ? ਉਸ ਸਮੇਂ ਮੇਰਾ ਮਨ ਕੀਤਾ ਕਿ ਫਿਲਮੀ ਹੀਰੋਇਨਾਂ ਦੀ ਤਰ੍ਹਾਂ ਫੌਰਨ ਮੰਮੀ ਦੇ ਗੱਲ ਲੱਗ ਜਾਵਾਂ, ਪਰ ਅਜਿਹਾ ਕਰ ਨਾ ਸਕੀ। ਸ਼ਾਇਦ ਕਿਤੇ ਡੈਡੀ ਜੀ ਦਾ ਸੁਭਾਅ, ਜੋ ਕਿਤੇ ਨਾ ਕਿਤੇ ਮੇਰੇ ਅੰਦਰ ਵੀ ਸੀ, ਉਹ ਮੇਰੇ ਰਸਤੇ ਦੀ ਰੁਕਾਵਟ ਬਣ ਗਿਆ। ਮੈਂ ਡੈਡੀ ਜੀ ਦੇ ਕਮਰੇ ਵਿੱਚੋਂ ਮੰਮੀ ਕੋਲ ਆ ਗਈ ਕਿ ਇੱਕ ਵਾਰ ਵੀ ਡੈਡੀ ਜੀ ਉੱਠ ਕੇ ਮੰਮੀ ਦਾ ਹਾਲ ਪੁੱਛਣ ਨਹੀਂ ਜਾ ਸਕਦੇ ਸੀ। ਫਿਰ ਸੋਚਿਆ, ਚੰਗਾ ਨਾ ਹੀ ਜਾਣ, ਜਾ ਕੇ ਵੀ ਕੀ ਕਰਨਗੇ? ਬੋਲਣਗੇ, ਤੂੰ ਵੀ ਬਸ ਪੈਣ ਦੇ ਬਹਾਨੇ ਲੱਭਦੀ ਰਹਿਨੀ ਆ, ਮਾੜਾ ਜਿਹਾ ਤਾਂ ਸਿਰ ਦੁਖਦਾ, ਹੁਣੇ ਠੀਕ ਹੋ ਜਾਣਾ, ਤੇ ਫਿਰ ਜਾ ਕੇ ਆਪਣੀਆਂ ਕਿਤਾਬਾਂ ਵਿੱਚ ਮਸਤ ਹੋ ਜਾਣਗੇ। ਜਦ ਕਿ ਉਹ ਚੰਗੀ ਤਰ੍ਹਾਂ ਜਾਣਦੇ ਆ ਕਿ ਮੰਮੀ ਨੂੰ ਨਖਰੇ ਕਰਨ ਦੀ ਮਾੜੀ ਜਿਹੀ ਵੀ ਆਦਤ ਨਹੀਂ ਆ। ਜਦੋਂ ਤੱਕ ਸਰੀਰ ਜਵਾਬ ਨਾ ਦੇਵੇ, ਉਹ ਬਿਸਤਰੇ ਤੇ ਨਹੀਂ ਪੈਂਦੇ। ਕਦੇ ਮੈਂ ਸੋਚਦੀ ਕਿ ਕਾਸ਼ ਮੇਰੇ ਮੰਮੀ ਡੈਡੀ ਜੀ ਦੀ ਇਸ ਕਿਤਾਬ ਦੀ ਜਗ੍ਹਾ ਹੁੰਦੇ। ਮੈਂ ਆਪਣੀ ਵੱਡੀ ਭੈਣ ਨੂੰ ਡੈਡੀ ਜੀ ਦੀ ਇਹ ਗੱਲ ਦੱਸਣ ਜਾ ਰਹੀ ਸੀ ਤਾਂ ਵੇਖਿਆ ਕਿ ਉਹ ਕਾੜਾ ਪਾਉਣ ਰਹੀ ਸੀ। ਦੀਦੀ ਨੇ ਸ਼ਾਇਦ ਪਹਿਲਾਂ ਹੀ ਡੈਡੀ ਜੀ ਦੀ ਗੱਲ ਸੁਣ ਲਈ ਸੀ। ਉਹ ਕਾੜਾ ਲੈ ਕੇ ਮੰਮੀ ਨੂੰ ਦੇਣ ਚਲੀ ਗਈ। ਦੁਪਹਿਰ ਹੋ ਗਈ, ਫਿਰ ਸ਼ਾਮ, ਫਿਰ ਰਾਤ, ਪਰ ਮੰਮੀ ਦਾ ਬੁਖਾਰ ਸੀ ਕਿ ਘੱਟ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ। ਰਾਤ ਨੂੰ ਡਾਕਟਰ ਨੂੰ ਬੁਲਾਉਣਾ ਪਿਆ। ਉਸਨੇ ਬੁਖਾਰ ਨੂੰ ਉਤਾਰਨ ਲਈ ਇੱਕ ਇੰਜੈਕਸ਼ਨ ਲਗਾ ਦਿੱਤਾ ਤੇ ਹਸਪਤਾਲ ਲੈ ਕੇ ਜਾਣ ਲਈ ਕਹਿ ਕੇ ਚਲਿਆ ਗਿਆ। ਹਸਪਤਾਲ ਦਾ ਨਾਮ ਸੁਣਦੇ ਹੀ ਮੇਰੇ ਤਾਂ ਹੱਥ ਪੈਰ ਫੁੱਲਣ ਲੱਗੇ। ਸਵੇਰੇ ਸਵੇਰੇ ਹੀ ਮੇਰੇ ਦੋਵੇਂ ਭਰਾ ਮੰਮੀ ਨੂੰ ਹਸਪਤਾਲ ਲੈ ਗਏ। ਮੈਂ ਪਤਾ ਨਹੀਂ ਕਿਹੜੇ ਅਣਜਾਣ ਡਰ ਤੋਂ ਅਧਮਰੀ ਹਾਲਤ ਵਿੱਚ ਹੋ ਗਈ ਸੀ। ਦੀਦੀ ਮੈਨੂੰ ਹੌਸਲਾ ਦਿੰਦੀ ਰਹੀ ਕਿ ਕੁਝ ਨਹੀਂ ਹੋਵੇਗਾ, ਤੂੰ ਘਬਰਾ ਨਾ, ਮੰਮੀ ਛੇਤੀ ਹੀ ਚੈੱਕਅਪ ਕਰਾ ਕੇ ਵਾਪਸ ਆ ਜਾਣਗੇ। ਪਰ ਇਸ ਤਰ੍ਹਾਂ ਨਹੀਂ ਹੋਇਆ। ਚੈੱਕਅਪ ਤਾਂ ਹੋਇਆ, ਪਰ ਮੰਮੀ ਨੂੰ ਡਾਕਟਰਾਂ ਨੇ ਹਸਪਤਾਲ ਵਿੱਚ ਹੀ ਦਾਖਲ ਕਰ ਲਿਆ। ਘਰ ਆ ਕੇ ਦੋਨਾਂ ਭਰਾਵਾਂ ਨੇ ਡੈਡੀ ਜੀ ਨੂੰ ਦੱਸਿਆ, ਤਾਂ ਵੀ ਡੈਡੀ ਜੀ ਨੂੰ ਨਾ ਤਾਂ ਕੋਈ ਖਾਸ ਹੈਰਾਨੀ ਹੋਈ ਤੇ ਨਾ ਹੀ ਉਹਨਾਂ ਦੇ ਚਿਹਰੇ ਤੇ ਕੋਈ ਪਰੇਸ਼ਾਨੀ ਆਈ। ਮੈਂ ਡੈਡੀ ਜੀ ਦੇ ਪੱਥਰ ਦਿਲ ਨੂੰ ਦੇਖਦੀ ਰਹਿ ਗਈ। ਮੇਰੇ ਤੋਂ ਨਾ ਤਾਂ ਕੁਝ ਖਾਧਾ ਜਾ ਰਿਹਾ ਸੀ ਤੇ ਨਾ ਹੀ ਕਿਸੇ ਕੰਮ ਵਿੱਚ ਮਨ ਲੱਗ ਰਿਹਾ ਸੀ। ਦੀਦੀ ਨੇ ਡਾਕਟਰ ਦੇ ਕਹੇ ਅਨੁਸਾਰ ਮੰਮੀ ਦੇ ਲਈ ਪਤਲੀ ਜਿਹੀ ਖਿਚੜੀ ਬਣਾਈ, ਚਾਹ ਬਣਾਈ, ਭਰਾਵਾਂ ਦੇ ਲਈ ਖਾਣਾ ਬਣਾਇਆ ਤੇ ਪੈਕ ਕਰਕੇ ਭਰਾ ਨੂੰ ਫੜਾ ਕੇ ਵਾਪਸ ਹਸਪਤਾਲ ਭੇਜ ਦਿੱਤਾ। ਡੈਡੀ ਜੀ ਘਰੇ ਹੀ ਬੈਠੇ ਰਹੇ। ਦੀਦੀ ਨੇ ਪੂਰੇ ਪਰਿਵਾਰ ਦੇ ਲਈ ਖਾਣਾ ਬਣਾਇਆ ਤੇ ਖਵਾਇਆ। ਮੈਂ ਵੀ ਘਰ ਦੇ ਕੰਮਾਂ ਵਿੱਚ ਉਸ ਦਾ ਹੱਥ ਵਟਾਉਂਦੀ ਰਹੀ। ਕਾਲਜ ਜਾਣ ਦਾ ਮਨ ਹੀ ਨਹੀਂ ਕੀਤਾ। ਇੱਕ ਵਾਰ ਡੈਡੀ ਜੀ ਤੋਂ ਡਰ ਵੀ ਲੱਗਿਆ ਕਿ ਉਹ ਡਾਂਟਣਗੇ ਜ਼ਰੂਰ ਕਿ ਮੈਂ ਕਾਲਜ ਤੋਂ ਛੁੱਟੀ ਕਿਉਂ ਕੀਤੀ। ਡੈਡੀ ਜੀ ਦੀ ਨਜ਼ਰ ਮੇਰੇ ਤੇ ਪਈ। ਉਹਨਾਂ ਦੇ ਬਿਨਾਂ ਬੋਲੇ ਹੀ ਮੈਂ ਦੀਦੀ ਨੂੰ ਕਿਹਾ, ਅੱਜ ਮੇਰਾ ਕਾਲਜ ਜਾਣ ਦਾ ਮਨ ਨਹੀਂ, ਤੁਸੀਂ ਮੈਨੂੰ ਕੁਝ ਨਾ ਕਿਉਂ। ਕਹਿੰਦੇ ਹੀ ਮੈਂ ਦੂਜੇ ਕਮਰੇ ਵਿੱਚ ਚਲੀ ਗਈ। ਦੀਦੀ ਨੇ ਮੈਨੂੰ ਹੈਰਾਨੀ ਨਾਲ ਵੇਖਿਆ, ਪਰ ਡੈਡੀ ਜੀ ਵੱਲ ਨਜ਼ਰ ਪੈਂਦੇ ਹੀ ਉਹ ਸਮਝ ਗਏ ਕਿ ਮੈਂ ਅਜਿਹਾ ਕਿਉਂ ਬੋਲ ਰਹੀ ਹਾਂ। ਡੈਡੀ ਜੀ ਵੀ ਕੁਝ ਨਹੀਂ ਬੋਲੇ। ਮੇਰਾ ਮਨ ਕਰ ਰਿਹਾ ਸੀ ਕਿ ਉੱਚੀ ਉੱਚੀ ਰੋਣ ਲੱਗ ਜਾਵਾਂ, ਪਰ ਇਹ ਸੋਚ ਕੇ ਹੰਝੂ ਪੀ ਗਈ
ਕਿ ਡੈਡੀ ਜੀ ਡਾਂਟਣਗੇ ਕਿ ਕੀ ਤੁਸੀਂ ਸਾਰੇ ਪਾਗਲ ਹੋ ਗਏ ਆ, ਐਵੇਂ ਹੀ ਰੋਈ ਜਾ ਰਹੇ ਹੋ। ਬਿਮਾਰ ਹੀ ਤਾਂ ਹੋਈ ਹੈ ਤੁਹਾਡੀ ਮੰਮੀ, 1-2 ਦਿਨਾਂ ਵਿੱਚ ਠੀਕ ਹੋ ਕੇ ਘਰੇ ਆ ਜਾਵੇਗੀ। ਮੰਮੀ ਕਦੇ ਇੰਨਾ ਬਿਮਾਰ ਤਾਂ ਹੋਏ ਹੀ ਨਹੀਂ ਸੀ ਕਿ ਉਹਨਾਂ ਨੂੰ ਹਸਪਤਾਲ ਜਾਣਾ ਪਵੇ। ਡੈਡੀ ਜੀ ਆਪਣੇ ਕਮਰੇ ਵਿੱਚ ਕਿਤਾਬ ਪੜ੍ਹਦੇ ਪੜ੍ਹਦੇ ਦੁਪਹਿਰੇ ਸੌਂ ਗਈ। ਫਿਰ ਸ਼ਾਮ ਨੂੰ ਪਾਰਕ ਵਿੱਚ ਸੈਰ ਕਰਨ ਨਿਕਲ ਗਏ। ਛੋਟੇ ਭਰਾ ਦੀ ਪ੍ਰਾਈਵੇਟ ਨੌਕਰੀ ਸੀ, ਇਸ ਲਈ ਦਫ਼ਤਰ ਵਿੱਚ ਖਬਰ ਕਰਨੀ ਸੀ। ਵੱਡੇ ਭਰਾ ਦੀ ਸਰਕਾਰੀ ਨੌਕਰੀ ਸੀ, ਇਸ ਲਈ ਉਹਨਾਂ ਨੇ ਵੀ ਫੋਨ ਕਰਕੇ ਦਫ਼ਤਰ ਵਿੱਚ ਦੱਸ ਦਿੱਤਾ ਸੀ। ਡੈਡੀ ਜੀ ਨੇ ਤਾਂ ਭਰਾ ਦੇ ਕਹਿਣ ਤੇ ਕਦੋਂ ਦਾ ਕੰਮ ਕਰਨਾ ਛੱਡ ਦਿੱਤਾ ਸੀ। ਦੀਦੀ ਮੈਨੂੰ ਰਸੋਈ ਵਿੱਚ ਰਾਤ ਦਾ ਕੰਮ ਸਮਝਾ ਕੇ ਮੰਮੀ ਦੇ ਕੋਲ ਹਸਪਤਾਲ ਚਲੀ ਗਈ। ਹੁਣ ਘਰੇ ਮੈਂ ਤੇ ਡੈਡੀ ਜੀ ਸੀ। ਛੋਟਾ ਭਰਾ ਵੀ ਦਫ਼ਤਰ ਤੋਂ ਸਿੱਧਾ ਹਸਪਤਾਲ ਚਲਿਆ ਗਿਆ। ਵੱਡੀ ਭਾਬੀ ਤਾਂ ਪਹਿਲਾਂ ਹੀ ਅਲੱਗ ਰਹਿੰਦੀ ਸੀ, ਇਸ ਲਈ ਉਸਨੂੰ ਕੋਈ ਕੰਮ ਨਹੀਂ ਸੀ ਕਿਹਾ ਜਾ ਸਕਦਾ। ਡੈਡੀ ਜੀ ਕਹਿੰਦੇ ਸੀ ਕਿ ਵੱਡਾ ਭਰਾ ਤੀਵੀਂ ਦਾ ਗੁਲਾਮ ਹੋ ਗਿਆ, ਉਹ ਹੁਣ ਕਿਸੇ ਕੰਮ ਦਾ ਨਹੀਂ ਰਿਹਾ। ਦੀਦੀ ਕਦੇ-ਕਦੇ ਡੈਡੀ ਜੀ ਨੂੰ ਸੁਣਾ ਦਿਆ ਕਰਦੇ ਸੀ ਕਿ ਜੇਕਰ ਪਤੀ ਆਪਣੀ ਪਤਨੀ ਦਾ ਹਰ ਕਹਿਣਾ ਮੰਨਦਾ ਤਾਂ ਇਸ ਵਿੱਚ ਹਰਜ ਵੀ ਕੀ ਹੈ। ਇਸ ਤੇ ਡੈਡੀ ਜੀ ਕਹਿੰਦੇ ਕਿ ਅਜਿਹਾ ਆਦਮੀ ਕਮਜ਼ੋਰ ਹੁੰਦਾ। ਮੈਂ ਉਸ ਨੂੰ ਮਰਦ ਨਹੀਂ ਮੰਨਦਾ। ਵੈਸੇ ਵੀ ਵੱਡੇ ਭਰਾ ਦੇ ਮਤਲਬੀ ਸੁਭਾਅ ਨੂੰ ਦੇਖ ਕੇ ਉਸ ਦਾ ਹੋਣਾ ਨਾ ਹੋਣਾ ਇੱਕ ਬਰਾਬਰ ਹੀ ਸੀ। ਮੈਂ ਖਾਣਾ ਬਣਾਇਆ। ਡੈਡੀ ਜੀ ਪਾਰਕ ਤੋਂ ਆ ਕੇ ਚੁੱਪਚਾਪ ਕਮਰੇ ਵਿੱਚ ਬੈਠੇ ਕਿਤਾਬ ਪੜ੍ਹਦੇ ਰਹੇ, ਕੁਝ ਨਹੀਂ ਬੋਲੇ। ਸ਼ਾਮ ਨੂੰ ਚਾਹ ਦੇ ਨਾਲ ਕੀ ਖਾਓਗੇ? ਇਸ ਦੇ ਜਵਾਬ ਵਿੱਚ ਉਹਨਾਂ ਨੇ ਕੁਝ ਨਹੀਂ ਦੱਸਿਆ। ਭਰਾ ਦੇ ਆਉਂਦੇ ਹੀ ਡੈਡੀ ਜੀ ਬਿਨਾਂ ਕੁਝ ਬੋਲੇ ਭਰਾ ਦੇ ਸਾਹਮਣੇ ਬੈਠ ਗਏ। ਭਰਾ ਨੇ ਦੱਸਿਆ ਕਿ ਡਾਕਟਰ ਨੇ ਚੈੱਕਅਪ ਕੀਤਾ ਹੈ ਤੇ ਰਿਪੋਰਟਾਂ ਪਰਸੋਂ ਆਉਣਗੀਆਂ। ਉਦੋਂ ਹੀ ਪਤਾ ਚੱਲ ਸਕੇਗਾ ਕਿ ਅਸਲ ਵਿੱਚ ਬਿਮਾਰੀ ਕੀ ਹੈ। ਯਾਨੀ ਕਿ ਘੱਟ ਤੋਂ ਘੱਟ 2 ਦਿਨ ਤਾਂ ਮੰਮੀ ਨੂੰ ਹਸਪਤਾਲ ਵਿੱਚ ਰਹਿਣਾ ਹੀ ਪਵੇਗਾ। ਮੇਰੇ ਤਾਂ ਹੋਸ਼ ਉੱਡਣ ਲੱਗੇ ਸੀ। ਭਰਾ ਨੇ ਮੇਰਾ ਚਿਹਰਾ ਪੜ੍ਹ ਲਿਆ ਸੀ। ਕਹਿੰਦਾ ਕਿ ਤੂੰ ਘਬਰਾ ਕਿਉਂ ਰਹੀ ਆ? ਉਹਨਾਂ ਨੇ ਮੰਮੀ ਨੂੰ ਬਹੁਤ ਚੰਗੀ ਤਰ੍ਹਾਂ ਰੱਖਿਆ ਹੋਇਆ ਹੈ। ਡਾਕਟਰ ਵੀ ਜਾਣ ਪਹਿਚਾਣ ਵਾਲੀ ਸੀ। ਉਹਨਾਂ ਨੇ ਇੱਕ ਨਰਸ ਨੂੰ ਖਾਸ ਤੌਰ ਤੇ ਮੰਮੀ ਦੀ ਦੇਖਭਾਲ ਕਰਨ ਦੀ ਹਦਾਇਤ ਦਿੱਤੀ ਆ ਤੇ ਅਲੱਗ ਤੋਂ ਕਮਰਾ ਵੀ ਦੇ ਦਿੱਤਾ ਹੈ। ਮੈਂ ਡੈਡੀ ਜੀ ਦੇ ਚਿਹਰੇ ਤੇ ਸੰਤੁਸ਼ਟੀ ਦੀਆਂ ਲਕੀਰਾਂ ਦੇਖਣ ਲੱਗੀ, ਪਰ ਫਿਰ ਤੁਰੰਤ ਗਾਇਬ ਹੁੰਦੇ ਵੀ ਦੇਖੀਆਂ। 1-2 ਦਿਨ ਬੀਤੇ, ਪਤਾ ਲੱਗਿਆ ਕਿ ਮੰਮੀ ਨੂੰ ਯੂਰਿਨ ਇਨਫੈਕਸ਼ਨ ਹੋ ਗਿਆ ਹੈ। ਡਾਕਟਰ ਨੇ ਕਿਹਾ ਕਿ ਪੂਰਾ ਇਲਾਜ ਕਰਨਾ ਹੋਵੇਗਾ। 1 ਹਫ਼ਤਾ ਤਾਂ ਲੱਗੇਗਾ ਹੀ। ਪੂਰੇ ਘਰ ਦੀ ਰੁਟੀਨ ਹੀ ਗੜਬੜ ਹੋ ਗਈ। ਮੈਂ ਲੋਕਾਂ ਦੇ ਘਰਾਂ 'ਚ ਦੇਖਿਆ ਸੁਣਿਆ ਸੀ ਕਿ ਫਲਾਣਾ ਆਦਮੀ ਬਿਮਾਰ ਹੋ ਗਿਆ ਤੇ ਉਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਪੂਰਾ ਘਰ ਉਥਲ-ਪੁਥਲ ਹੋ ਗਿਆ। ਮੈਨੂੰ ਸਮਝ ਵਿੱਚ ਨਹੀਂ ਆਉਂਦਾ ਸੀ ਕਿ ਇੱਕ ਇਨਸਾਨ ਦੇ ਹਸਪਤਾਲ ਜਾਣ ਨਾਲ ਪੂਰਾ ਘਰ ਕਿਵੇਂ ਉਥਲ-ਪੁਥਲ ਹੋ ਜਾਂਦਾ। ਪਰ ਅੱਜ ਚੰਗੀ ਤਰ੍ਹਾਂ ਸਮਝ ਆ ਗਿਆ ਸੀ। ਕੌਣ ਹਸਪਤਾਲ ਭੱਜ ਰਿਹਾ, ਕੌਣ ਮੰਮੀ ਦੇ ਕੋਲ ਬੈਠ ਰਿਹਾ, ਕੌਣ ਰਾਤ ਨੂੰ ਮੰਮੀ ਦੇ ਕੋਲ ਰਹੇਗਾ, ਕੌਣ ਘਰੇ ਰਹੇਗਾ। ਕੁਝ ਸਮਝ ਵਿੱਚ ਨਹੀਂ ਸੀ ਆ ਰਿਹਾ। ਜਿਸ ਨੂੰ ਜੋ ਕੰਮ ਦਿਸ ਜਾਂਦਾ ਉਹ ਕਰ ਲੈਂਦਾ ਸੀ। ਜਿਹੜਾ ਛੋਟਾ ਭਰਾ ਕਦੇ 1 ਗਲਾਸ ਪਾਣੀ ਚੱਕ ਕੇ ਨਹੀਂ ਸੀ ਪੀਂਦਾ, ਉਹ ਸਵੇਰੇ ਮੰਮੀ ਦੇ ਲਈ ਚਾਹ ਬਣਾ ਕੇ ਥਰਮਸ ਵਿੱਚ ਪਾ ਕੇ ਭੱਜਿਆ ਜਾਂਦਾ। ਮੈਂ ਕਦੇ ਬੈਠ ਕੇ ਸਬਜ਼ੀ ਕੱਟ ਰਹੀ ਸੀ, ਕਦੇ ਦੁੱਧ ਨੂੰ ਉਬਾਲ ਦਵਾ ਰਹੀ ਹੁੰਦੀ। ਡੈਡੀ ਜੀ ਦਾ ਤਾਂ ਸਾਰਾ ਰੁਟੀਨ ਹੀ ਬਦਲ ਗਿਆ ਸੀ। ਉਹ ਸਵੇਰੇ ਉੱਠਦੇ, ਸੈਰ ਕਰਕੇ ਆਉਂਦੇ ਤੇ ਸਭ ਦੇ ਲਈ ਚਾਹ ਬਣਾ ਦਿੰਦੇ। ਫਿਰ ਬਿਨਾਂ ਉੱਚੀ ਬੋਲੇ ਸਭ ਨੂੰ ਉਠਾਉਂਦੇ ਤੇ ਬਿਨਾਂ ਖਾਣੇ ਦੀ ਮੰਗ ਕੀਤੇ ਹੀ ਹਸਪਤਾਲ ਚਲੇ ਜਾਂਦੇ। ਹੁਣ ਡੈਡੀ ਜੀ ਹਸਪਤਾਲ ਜਾਣ ਲੱਗੇ ਸੀ। ਇੱਕ ਵਾਰ ਤਾਂ ਚੰਗਾ ਲੱਗਿਆ ਕਿ ਡੈਡੀ ਜੀ ਮੰਮੀ ਦੇ ਕੋਲ ਤਾਂ ਜਾ ਰਹੇ ਹਨ, ਪਰ ਫਿਰ ਇਹ ਸੋਚ ਕੇ ਡਰ ਲੱਗਿਆ ਕਿ ਕਿਤੇ ਹਸਪਤਾਲ ਜਾ ਕੇ ਵੀ ਮੰਮੀ ਨੂੰ ਡਾਂਟਣ ਤਾਂ ਨਹੀਂ ਲੱਗ ਜਾਣਗੇ। ਕੀ ਤੂੰ ਦਵਾਈਆਂ ਕਿਉਂ ਖਾਈ ਜਾ ਰਹੀ ਆ? ਤੂੰ ਉੱਠ ਕੇ ਬੈਠਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੀ? ਤੂੰ ਆਪਣੇ ਆਪ ਹਿੱਲਿਆ ਜੁਲਿਆ ਕਰ।
ਤਾਂ ਕਿ ਜਲਦੀ ਠੀਕ ਹੋ ਸਕੇ। 100 ਸਵਾਲ ਸੀ ਮੇਰੇ ਦਿਮਾਗ ਵਿੱਚ, ਪਰ ਜਵਾਬ ਇੱਕ ਦਾ ਵੀ ਨਹੀਂ ਸੀ ਮਿਲ ਰਿਹਾ ਮੈਨੂੰ। ਕਦੇ-ਕਦੇ ਇਹ ਸਮਝ ਵਿੱਚ ਨਹੀਂ ਸੀ ਆਉਂਦਾ ਕਿ ਮੈਂ ਮੰਮੀ ਨੂੰ ਲੈ ਕੇ ਇੰਨੀ ਪਰੇਸ਼ਾਨ ਕਿਉਂ ਹੁੰਦੀ ਹਾਂ। ਕਿਉਂ ਲੱਗਦਾ ਕਿ ਡੈਡੀ ਜੀ ਉਹਨਾਂ ਨੂੰ ਨਾ ਡਾਂਟਣ, ਉਹਨਾਂ ਨੂੰ ਨਾ ਪਰੇਸ਼ਾਨ ਕਰਨ। ਮੈਂ ਮਨ ਹੀ ਮਨ ਡੈਡੀ ਜੀ ਨਾਲ ਨਾਰਾਜ਼ ਹਾਂ ਕਿ ਨਹੀਂ, ਇਹ ਵੀ ਸਮਝ ਨਹੀਂ ਆਉਂਦਾ। ਮੈਂ ਤਾਂ ਹੁਣ ਪੂਰੀ ਤਰ੍ਹਾਂ ਘਰੇਲੂ ਔਰਤ ਬਣ ਗਈ ਸੀ। ਪੂਰੇ ਘਰ ਦੀ ਸਫਾਈ, ਕੱਪੜੇ, ਰਸੋਈ ਦਾ ਕੰਮ। ਰਾਤ ਨੂੰ ਹਸਪਤਾਲ ਵਿੱਚ ਰਹਿ ਕੇ ਦੀਦੀ ਸਵੇਰੇ ਆਉਂਦੀ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਜ਼ਿਆਦਾਤਰ ਕੰਮ ਮੈਂ ਕਰ ਚੁੱਕੀ ਹੁੰਦੀ ਸੀ। ਉਹ ਵੀ ਮੈਨੂੰ ਦੇਖ ਕੇ ਹੈਰਾਨ ਹੁੰਦੀ ਤੇ ਦੀਦੀ ਰਾਤ ਨੂੰ ਜਾਗਦੀ ਰਹਿੰਦੀ ਸੀ। ਇਸ ਕਰਕੇ ਘਰੇ ਆ ਕੇ ਨਾਸ਼ਤਾ ਕਰਦੇ ਹੀ ਉਹ ਥੋੜੀ ਦੇਰ ਲਈ ਸੌਂ ਜਾਂਦੀ ਤੇ ਫਿਰ ਉਹਨਾਂ ਦੇ ਹਸਪਤਾਲ ਜਾਣ ਦਾ ਟਾਈਮ ਹੋ ਜਾਂਦਾ। ਦੋਨੋਂ ਭਰਾ ਵੀ ਵਾਰੀ-ਵਾਰੀ ਛੁੱਟੀ ਲੈ ਰਹੇ ਸੀ। ਇੱਕ ਦੋ ਵਾਰ ਤਾਂ ਇਹ ਵੀ ਹੋਇਆ ਕਿ ਪਾਪਾ ਜੀ ਰਾਤ ਨੂੰ ਪਾਸੇ ਮਾਰਦੇ ਰਹਿੰਦੇ ਤੇ ਸਵੇਰੇ ਉਹਨਾਂ ਦੀ ਨੀਂਦ ਖੁੱਲ੍ਹੀ ਹੀ ਨਹੀਂ। ਉਹ ਵੀ 6 ਵਜੇ ਸਾਡੇ ਨਾਲ ਹੀ ਜਾਗਦੇ। ਮੈਨੂੰ ਇਹੀ ਲੱਗਾ ਕਿ ਡੈਡੀ ਜੀ ਨੂੰ ਆਦਤ ਆ ਹਰ ਸਮੇਂ ਮੰਮੀ ਨੂੰ ਡਾਂਟਦੇ ਰਹਿਣ ਦੀ। ਹੁਣ ਮੰਮੀ ਸਾਹਮਣੇ ਨਹੀਂ ਹਨ ਤਾਂ ਪਰੇਸ਼ਾਨ ਹੋ ਰਹੇ ਹਨ ਕਿ ਕਿਸ ਨੂੰ ਡਾਂਟਾਂ। ਸਾਨੂੰ ਝੜਕਦੇ ਵੀ ਉਹ ਚੁੱਪ ਹੋ ਜਾਂਦੇ ਸਨ। ਉਸ ਦਿਨ ਸ਼ਾਮ ਨੂੰ ਡੈਡੀ ਜੀ ਘਰ ਆਏ ਤਾਂ ਬੋਲੇ ਕਿ ਕਿੰਨੇ ਦਿਨ ਹੋ ਗਏ ਤੇਰੀ ਮੰਮੀ ਨੂੰ ਹਸਪਤਾਲ ਗਏ ਹੋਏ। ਮੈਂ ਉਹਨਾਂ ਨੂੰ ਬਿਨਾਂ ਦੇਖੇ ਹੀ ਜਵਾਬ ਦਿੱਤਾ, 10 ਦਿਨ ਤਾਂ ਹੋ ਹੀ ਗਏ ਹਨ। ਡੈਡੀ ਜੀ ਕਹਿੰਦੇ, ਤੇਰਾ ਮਨ ਨਹੀਂ ਕੀਤਾ ਆਪਣੀ ਮਾਂ ਨੂੰ ਮਿਲਣ ਦਾ? ਮੈਂ ਇੰਨੇ ਦਿਨਾਂ ਤੋਂ ਮੰਮੀ ਦੀ ਕਮੀ ਮਹਿਸੂਸ ਕਰ ਰਹੀ ਸੀ, ਪਰ ਬੋਲ ਨਹੀਂ ਸੀ ਸਕਦੀ। ਡੈਡੀ ਜੀ ਦੀ ਇਸ ਗੱਲ ਨਾਲ ਮੇਰੇ ਮਨ ਦੇ ਅੰਦਰ ਇੱਕ ਉਬਾਲ ਜਿਹਾ ਉੱਠਿਆ। ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦੀ, ਡੈਡੀ ਜੀ ਸਿੱਧੇ ਸਪਾਟ ਸ਼ਬਦਾਂ ਵਿੱਚ ਫਿਰ ਬੋਲੇ, ਤੇਰੀ ਮੰਮੀ ਤੈਨੂੰ ਯਾਦ ਕਰ ਰਹੀ ਸੀ। ਮੈਂ ਅੰਦਰ ਦੇ ਗੁਬਾਰ ਨੂੰ ਰੋਕ ਨਾ ਸਕੀ। ਭੱਜ ਕੇ ਜਾ ਕੇ ਰਸੋਈ ਵਿੱਚ ਕੰਮ ਕਰਦੇ ਕਰਦੇ ਰੋਣ ਲੱਗੀ ਕਿ ਤੁਹਾਨੂੰ ਕੀ ਪਤਾ ਕਿ ਮੈਂ ਮੰਮੀ ਦੇ ਲਈ ਕਿੰਨੀ ਪਰੇਸ਼ਾਨ ਆ। ਹਰ ਪਲ ਮੰਮੀ ਦੇ ਘਰੇ ਆਉਣ ਦੀ ਖਬਰ ਦਾ ਇੰਤਜ਼ਾਰ ਕਰ ਰਹੀ ਹਾਂ। ਉੱਥੇ ਜਾਵਾਂਗੀ ਤਾਂ ਦੇਖੂੰਗੀ ਕਿ ਤੁਸੀਂ ਫਿਰ ਮੰਮੀ ਨੂੰ ਹੀ ਹਰ ਗੱਲ ਤੇ ਦੋਸ਼ ਦੇ ਰਹੇ ਹੋ, ਉਹਨਾਂ ਨੂੰ ਡਾਂਟ ਰਹੇ ਹੋ, ਤਾਂ ਫਿਰ ਦੁੱਖ ਹੀ ਹੋਵੇਗਾ। ਵੈਸੇ ਵੀ ਤੁਹਾਨੂੰ ਕੀ ਫਰਕ ਪੈਂਦਾ ਘਰੇ ਰਹਿਣ ਜਾਂ ਹਸਪਤਾਲ ਵਿੱਚ? ਹਸਪਤਾਲ ਵਿੱਚ ਜਾ ਕੇ ਵੀ ਕੀ ਕਰਦੇ ਹੋਵੋਗੇ ਮੈਨੂੰ ਪਤਾ। ਤੁਹਾਡੇ ਤੋਂ 2 ਸ਼ਬਦ ਪਿਆਰ ਦੇ ਤਾਂ ਬੋਲੇ ਨਹੀਂ ਜਾਂਦੇ। ਮੰਮੀ ਨੂੰ ਟੈਨਸ਼ਨ ਨਹੀਂ ਦਿੰਦੇ ਹੋਵੋਗੇ, ਤਾਂ ਹੀ ਤਾਂ ਮੰਮੀ 10 ਦਿਨ ਹਸਪਤਾਲ ਰਹਿਣ ਦੇ ਬਾਵਜੂਦ ਵੀ ਹਜੇ ਤੱਕ ਠੀਕ ਨਹੀਂ ਸੀ ਹੋ ਸਕੇ। ਸਾਨੂੰ ਬੱਚਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਹਰ ਪਲ ਮਾਂ ਚਾਹੀਦੀ ਆ, ਭਲਾ ਹੀ ਉਹ ਸਾਡੇ ਲਈ ਕੋਈ ਕੰਮ ਕਰੇ ਜਾਂ ਨਾ ਕਰੇ। ਮੰਮੀ ਵੀ ਮੈਨੂੰ ਯਾਦ ਕਰ ਰਹੇ ਹਨ। ਸਾਰੇ ਤਾਂ ਮੰਮੀ ਨੂੰ ਮਿਲਣ ਹਸਪਤਾਲ ਚਲੇ ਗਏ, ਬਸ ਇੱਕ ਮੈਂ ਹੀ ਸੀ ਜੋ ਨਹੀਂ ਸੀ ਗਈ। ਮੈਂ ਰੋਂਦੇ ਰੋਂਦੇ ਮਨ ਹੀ ਮਨ ਹਰ ਪਲ ਡੈਡੀ ਜੀ ਨੂੰ ਕੋਸਦੀ ਰਹੀ। ਸੋਚਦੇ ਸੋਚਦੇ ਮੇਰੇ ਹੱਥੋਂ ਦੁੱਧ ਦਾ ਭਰਿਆ ਪਤੀਲਾ ਫਿਸਲ ਕੇ ਜ਼ਮੀਨ ਤੇ ਡਿੱਗ ਗਿਆ। ਪੂਰੀ ਰਸੋਈ ਦੁੱਧ ਨਾਲ ਧੋਤੀ ਗਈ ਤੇ ਮੈਂ ਇਹ ਸੋਚ ਕੇ ਘਬਰਾ ਗਈ ਕਿ ਡੈਡੀ ਜੀ ਹੁਣ ਉੱਚੀ ਉੱਚੀ ਬੋਲਣਗੇ ਤੇ ਮੈਨੂੰ ਝੜਕਾਂ ਦੇਣਗੇ। ਸੋਚਿਆ ਹੀ ਸੀ ਕਿ ਡੈਡੀ ਜੀ ਹੱਥ ਵਿੱਚ ਚਾਹ ਵਾਲਾ ਕੱਪ ਲੈ ਕੇ ਸਾਹਮਣੇ ਆ ਗਏ। ਉਦੋਂ ਤੱਕ ਛੋਟਾ ਭਰਾ ਵੀ ਉੱਥੇ ਆ ਗਿਆ। ਡੈਡੀ ਜੀ ਚੁੱਪਚਾਪ ਖੜੇ ਰਹੇ। ਛੋਟਾ ਭਰਾ ਘਬਰਾ ਕੇ ਕਹਿੰਦਾ, ਤੇਰੇ ਤੇ ਤਾਂ ਨਹੀਂ ਗਰਮ ਦੁੱਧ ਪੈ ਗਿਆ? ਮੈਂ ਕਿਹਾ ਨਹੀਂ, ਪਰ ਦੁੱਧ ਸਾਰਾ ਹੀ ਡੁੱਲ ਗਿਆ। ਮੈਂ ਭੱਜ ਕੇ ਪੋਚਾ ਲੈ ਆਈ। ਡੈਡੀ ਜੀ ਨੇ ਬਹੁਤ ਹੀ ਹਲੀਮੀ ਨਾਲ ਛੋਟੇ ਭਰਾ ਨੂੰ ਕਿਹਾ ਕਿ ਜਾ ਬਾਜ਼ਾਰ ਜਾ ਕੇ ਹੋਰ ਦੁੱਧ ਲਿਆ, ਤੇ ਇੰਨਾ ਕਹਿ ਉਹ ਵਾਪਸ ਆਪਣੇ ਕਮਰੇ ਵਿੱਚ ਚਲੇ ਗਏ। ਮੈਂ ਡੈਡੀ ਜੀ ਨੂੰ ਜਾਂਦਿਆਂ ਹੋਇਆਂ ਦੇਖਦੀ ਰਹਿ ਗਈ। ਛੋਟਾ ਭਰਾ ਵੀ ਹੌਲੀ ਜਿਹੀ ਕਹਿੰਦਾ ਕਿ ਤੂੰ ਆਪਣਾ ਧਿਆਨ ਰੱਖੀ, ਕਿਤੇ ਹੱਥ ਨਾ ਸੜਾ ਲਵੀਂ, ਮੈਂ ਹੋਰ ਦੁੱਧ ਲੈ ਕੇ ਆਉਂਦਾ ਹਾਂ। ਪਤਾ ਨਹੀਂ ਕਿਉਂ ਫਿਰ ਮੰਮੀ ਦੀ ਯਾਦ ਆ ਗਈ ਤੇ ਮੈਂ ਫਿਰ ਰੋਣ ਲੱਗੀ। ਅਗਲੇ ਦਿਨ ਦੀਦੀ ਨੇ ਕਿਹਾ ਕਿ ਅੱਜ ਰਾਤ ਤੂੰ ਮੰਮੀ ਦੇ ਕੋਲ ਰਹੀਂ, ਮੰਮੀ ਯਾਦ ਕਰ ਰਹੀ ਸੀ ਤੈਨੂੰ। ਵੈਸੇ ਵੀ
ਮੇਰੀ ਰਾਤ ਦੀ ਨੀਂਦ ਪੂਰੀ ਨਹੀਂ ਸੀ ਹੋ ਸਕੀ, ਕਿਤੇ ਮੈਂ ਨਾ ਬਿਮਾਰ ਹੋ ਜਾਵਾਂ। ਮੇਰਾ ਮਨ ਵੀ ਮੰਮੀ ਨੂੰ ਮਿਲਣ ਲਈ ਬਹੁਤ ਕਰ ਰਿਹਾ ਸੀ। ਮੈਂ ਅਗਲੇ ਦਿਨ ਹਸਪਤਾਲ ਚਲੀ ਗਈ ਤੇ ਮੰਮੀ ਦੇ ਰੂਮ ਦੇ ਬਾਹਰ ਖੜੀ ਰਹੀ। ਡੈਡੀ ਜੀ ਅੰਦਰ ਸਨ। ਮੈਂ ਜਾਣ ਬੁੱਝ ਕੇ ਜ਼ਿਆਦਾ ਲੇਟ ਜਾਣਾ ਚਾਹੁੰਦੀ ਸੀ ਤਾਂ ਕਿ ਡੈਡੀ ਜੀ ਆਪਣਾ ਸਮਾਂ ਪੂਰਾ ਕਰਕੇ ਘਰ ਵਾਪਸ ਆ ਜਾਣ ਤੇ ਮੈਂ ਮੰਮੀ ਦੇ ਗਲ ਲੱਗ ਕੇ ਖੂਬ ਰੋਵਾਂ ਤੇ ਸਾਰੇ ਪਿਛਲੇ ਦਿਨਾਂ ਦੀ ਕਸਰ ਪੂਰੀ ਹੋ ਜਾਵੇ। ਮੈਂ ਹਸਪਤਾਲ ਵਿੱਚ ਮੰਮੀ ਦੇ ਕਮਰੇ ਦੇ ਬਾਹਰ ਬਿਨਾਂ ਵਜ੍ਹਾ ਅੱਧਾ ਘੰਟਾ ਬਰਬਾਦ ਕਰਕੇ ਮੰਮੀ ਦੇ ਸਪੈਸ਼ਲ ਵਾਰਡ ਵਿੱਚ ਗਈ ਕਿ ਹੁਣ ਤਾਂ ਡੈਡੀ ਜੀ ਚਲੇ ਗਏ ਹੋਣਗੇ। ਪਰ ਜਿਵੇਂ ਹੀ ਅੰਦਰ ਜਾਣ ਲੱਗੀ ਤਾਂ ਡੈਡੀ ਜੀ ਦੀ ਆਵਾਜ਼ ਸੁਣੀ ਤੇ ਮੇਰੇ ਪੈਰ ਉੱਥੇ ਹੀ ਰੁਕ ਗਏ। ਉਹ ਮੰਮੀ ਨੂੰ ਕਹਿ ਰਹੇ ਸੀ ਕਿ ਤੂੰ ਤਾਂ ਕਹਿ ਰਹੀ ਹੈ ਮੈਨੂੰ ਜਾਣ ਲਈ, ਪਰ ਮੇਰਾ ਮਨ ਨਹੀਂ ਮੰਨਦਾ ਕਿ ਤੈਨੂੰ ਇਕੱਲਾ ਛੱਡ ਕੇ ਜਾਵਾਂ। ਤੇਰੇ ਬਿਨਾ ਮੈਨੂੰ ਘਰ ਖਾਣ ਨੂੰ ਆਉਂਦਾ, ਮੈਨੂੰ ਤੇਰੇ ਬਿਨਾ ਜਿਉਣ ਦੀ ਆਦਤ ਨਹੀਂ। ਡੈਡੀ ਜੀ ਦਾ ਗਲਾ ਭਰਿਆ ਹੋਇਆ ਸੀ ਤੇ ਆਵਾਜ਼ ਵੀ ਕਾਫੀ ਭਾਰੀ ਸੀ। ਮੰਮੀ ਨੇ ਕਿਹਾ ਕਿ ਤੁਸੀਂ ਤਾਂ ਇੰਨੇ ਮਜ਼ਬੂਤ ਦਿਲ ਦੇ ਹੋ, ਫਿਰ ਰੋ ਕਿਉਂ ਰਹੇ ਹੋ? ਹਾਂ ਮੈਂ ਮਜ਼ਬੂਤ ਦਿਲ ਦਾ ਹਾਂ, ਦੁਨੀਆ ਦੇ ਸਾਹਮਣੇ ਆਪਣੀ ਕਮਜ਼ੋਰੀ ਦਿਖਾ ਨਹੀਂ ਸਕਦਾ, ਮਰਦ ਹਾਂ ਨਾ, ਪਰ ਮੇਰਾ ਦਿਲ ਜਾਣਦਾ ਕਿ ਪੱਥਰ ਦਿਲ ਬਣਨਾ ਕਿੰਨਾ ਮੁਸ਼ਕਲ ਹੁੰਦਾ। ਤੂੰ ਛੇਤੀ ਠੀਕ ਹੋ ਜਾ, ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ। ਡੈਡੀ ਜੀ ਬੱਚਿਆਂ ਵਾਂਗ ਰੋਣ ਲੱਗੇ। ਮੰਮੀ ਨੇ ਕਿਹਾ ਕਿ ਤੁਸੀਂ ਇਸ ਤਰ੍ਹਾਂ ਰੋਵੋਗੇ ਤਾਂ ਬੱਚਿਆਂ ਨੂੰ ਕੌਣ ਸੰਭਾਲੇਗਾ? ਤੁਸੀਂ ਜਾਓ, ਬੱਚੇ ਵੀ ਘਰੇ ਇਕੱਲੇ ਹੋਣਗੇ। ਮੰਮੀ ਦਾ ਗਲਾ ਵੀ ਭਰ ਆਇਆ ਸੀ। ਤੂੰ ਇਸ ਤਰ੍ਹਾਂ ਹੱਥ ਨਾ ਛੁਡਾ। ਜੇਕਰ ਘਰੇ ਸਰਦਾ ਹੁੰਦਾ ਤਾਂ ਇੱਥੇ ਰਹਿ ਕੇ ਦਿਨ ਰਾਤ ਤੇਰੀ ਸੇਵਾ ਕਰਦਾ ਤੇ ਫੇਰ ਤੈਨੂੰ ਆਪਣੇ ਨਾਲ ਘਰੇ ਲੈ ਕੇ ਜਾਂਦਾ। ਬੱਚੇ ਵੀ ਤੇਰੇ ਤੇ ਹੀ ਗਏ ਹਨ, ਮੇਰੇ ਨਾਲ ਬੋਲਦੇ ਹੀ ਨਹੀਂ, ਪਰ ਸਭ ਤੇਰੇ ਘਰ ਆਉਣ ਦਾ ਹੀ ਇੰਤਜ਼ਾਰ ਕਰ ਰਹੇ ਹਨ। ਹੁਣ ਕੋਈ ਹੱਲਾ ਨਹੀਂ ਮਚਾਉਂਦਾ, ਨਾ ਕੋਈ ਟੀਵੀ ਦੇਖਦਾ। ਡੈਡੀ ਜੀ ਦੇ ਸ਼ਬਦ ਹੰਝੂਆਂ ਤੋਂ ਹਾਰ ਰਹੇ ਸਨ। ਮੰਮੀ ਵੀ ਇਸੇ ਵਹਿਣ ਵਿੱਚ ਵਹਿ ਗਈ। ਹੰਝੂਆਂ ਨਾਲ ਮੇਰੀਆਂ ਅੱਖਾਂ ਵੀ ਧੁੰਦਲੀਆਂ ਹੋ ਗਈਆਂ। ਮੈਨੂੰ ਕੁਝ ਦਿਖਾਈ ਨਹੀਂ ਸੀ ਦੇ ਰਿਹਾ। ਡੈਡੀ ਜੀ ਦੇ ਪੱਥਰ ਦਿਲ ਦੇ ਪਿੱਛੇ ਇੱਕ ਪਿਆਰ ਦੀ ਅੰਮ੍ਰਿਤ ਧਾਰਾ ਦਾ ਇੰਨਾ ਵੱਡਾ ਝਰਨਾ ਵਹਿ ਰਿਹਾ ਸੀ, ਇਹ ਤਾਂ ਮੈਂ ਕਦੇ ਦੇਖ ਹੀ ਨਹੀਂ ਸੀ ਸਕੀ। ਮੈਂ ਤਾਂ ਆਪਣੇ ਮੰਮੀ ਡੈਡੀ ਨੂੰ ਇਕੱਠੇ ਬਿਸਤਰੇ ਤੇ ਹੱਥਾਂ ਵਿੱਚ ਹੱਥ ਪਾ ਕੇ ਬੈਠੇ ਵੀ ਨਹੀਂ ਸੀ ਦੇਖਿਆ। ਪਰ ਅੱਜ ਜੋ ਮੇਰੇ ਕੰਨਾਂ ਨੇ ਸੁਣਿਆ ਸੀ, ਉਹ ਮੇਰੀਆਂ ਅੱਖਾਂ ਵੀ ਵੇਖਣਾ ਚਾਹ ਰਹੀਆਂ ਸਨ। ਪਿਆਰ ਦੇ ਲਬਾਲਬ ਭਰੇ ਡੈਡੀ ਜੀ ਦੀ ਇਸ ਸੂਰਤ ਨੂੰ ਦੇਖਣ ਦੇ ਲਈ ਮੈਂ ਤੇਜ਼ੀ ਨਾਲ ਵਾਰਡ ਵਿੱਚ ਪ੍ਰਵੇਸ਼ ਕਰ ਗਈ। ਮੇਰੇ ਸਾਹਮਣੇ ਆਉਂਦੇ ਹੀ ਡੈਡੀ ਜੀ ਨੇ ਮੰਮੀ ਦੇ ਹੱਥ ਵਿੱਚੋਂ ਆਪਣਾ ਹੱਥ ਤੇਜ਼ੀ ਨਾਲ ਖਿੱਚ ਲਿਆ। ਮੈਂ ਇੱਕਦਮ ਮੰਮੀ ਦੇ ਗਲੇ ਲੱਗ ਉੱਚੀ ਉੱਚੀ ਰੋਣ ਲੱਗੀ। ਮੰਮੀ ਵੀ ਰੋਣ ਲੱਗੇ। ਤੂੰ ਪਾਗਲ ਹੋ ਗਈ ਆ? ਮੈਂ ਤਾਂ 1-2 ਦਿਨਾਂ 'ਚ ਘਰੇ ਆ ਹੀ ਰਹੀ ਆ। ਉਹ ਨਹੀਂ ਜਾਣਦੇ ਸੀ ਕਿ ਮੇਰੇ ਇਹਨਾਂ ਹੰਝੂਆਂ ਵਿੱਚ ਡੈਡੀ ਜੀ ਦੇ ਪ੍ਰਤੀ ਜੋ ਰੋਸ ਸੀ, ਉਹ ਵੀ ਧੋਤਾ ਗਿਆ ਸੀ। ਮੈਂ ਡੈਡੀ ਜੀ ਨੂੰ ਚੋਰ ਅੱਖਾਂ ਨਾਲ ਦੇਖਿਆ। ਡੈਡੀ ਜੀ ਦਾ ਚਿਹਰਾ ਹੰਝੂਆਂ ਤੋਂ ਖਾਲੀ ਸੀ, ਪਰ ਹੁਣ ਮੈਨੂੰ ਉੱਥੇ ਪੱਥਰ ਦਿਲ ਨਹੀਂ, ਮੇਰੇ ਪਿਆਰੇ ਡੈਡੀ ਜੀ ਦਿਖ ਰਹੇ ਸੀ, ਜੋ ਸਾਨੂੰ ਸਾਰਿਆਂ ਨੂੰ, ਖਾਸ ਤੌਰ ਤੇ ਮੰਮੀ ਨੂੰ ਬਹੁਤ ਪਿਆਰ ਕਰਦੇ ਸੀ। ਪਰ ਮੈਂ ਮਨ ਹੀ ਮਨ ਸੋਚ ਰਹੀ ਸੀ ਕਿ ਜੇਕਰ ਮੈਂ ਹਸਪਤਾਲ ਨਾ ਆਉਂਦੀ ਤਾਂ ਮੈਂ ਡੈਡੀ ਜੀ ਦਾ ਇਹ ਪਿਆਰ ਭਰਿਆ ਰੂਪ ਕਿਸ ਤਰ੍ਹਾਂ ਦੇਖ ਸਕਦੀ ਸੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਡੈਡੀ ਜੀ ਦੇ ਅੰਦਰ ਮੰਮੀ ਦੇ ਲਈ ਇੰਨਾ ਪਿਆਰ ਆ। ਸੋ ਇਹ ਸੀ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ। ਕਿ ਤੁਹਾਡੇ ਆਸ-ਪਾਸ ਵੀ ਕੋਈ ਇਸੇ ਤਰ੍ਹਾਂ ਦਾ ਪੱਥਰ ਦਿਲ ਇਨਸਾਨ ਹੈ? ਅਕਸਰ ਉੱਪਰੋਂ ਸਖਤ ਦਿਸਣ ਵਾਲੇ ਇਨਸਾਨ ਅੰਦਰੋਂ ਬਹੁਤ ਹੀ ਕੋਮਲ ਹੁੰਦੇ ਹਨ। ਤੁਹਾਡਾ ਕੀ ਕਹਿਣਾ ਹੈ? ਆਪਣੇ ਵਿਚਾਰ ਜ਼ਰੂਰ ਲਿਖਿਓ। ਚੰਗੀ ਲੱਗੀ ਕਹਾਣੀ ਇੱਕ ਲਾਈਕ ਵੀ ਜ਼ਰੂਰ ਕਰਿਓ, ਸ਼ੇਅਰ ਵੀ ਕਰਿਓ ਦੋਸਤਾਂ ਨਾਲ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ। ਇਸੇ ਤਰ੍ਹਾਂ ਦੀਆਂ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ। ਉਮੀਦ ਹੈ ਪਸੰਦ ਆਉਣਗੀਆਂ। ਧੰਨਵਾਦ।